ਰੌਬਰਟ ਟੀ ਕਿਓਸਾਕੀ ਦੀ ਪੁਸਤਕ ਰਿਚ ਡੈਡ ਪੂਅਰ ਡੈਡ ਦਾ 7ਵਾਂ ਅਧਿਆਇ। ਸਿੱਖਣ ਵਾਸਤੇ ਕੰਮ ਕਰੋ, ਪੈਸਿਆਂ ਵਾਸਤੇ ਨਹੀਂ। 1995 'ਚ ਮੈਂ ਸਿੰਗਾਪੁਰ ਦੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤੀ। ਜਵਾਨ ਮਹਿਲਾ ਰਿਪੋਰਟਰ ਸਮੇਂ 'ਤੇ ਆ ਗਈ ਅਤੇ ਇੰਟਰਵਿਊ ਇੱਕਦਮ ਸ਼ੁਰੂ ਹੋ ਗਿਆ। ਅਸੀਂ ਕਾਲੀਸ਼ਾਨ ਹੋਟਲ ਦੀ ਲੌਬੀ 'ਚ ਕਾਫੀ ਦੀਆਂ ਚੁਸਕੀਆਂ ਲੈ ਰਹੇ ਸੀ ਅਤੇ ਮੇਰੀ ਸਿੰਗਾਪੁਰ ਯਾਤਰਾ ਦੇ ਉਦੇਸ਼ 'ਤੇ ਚਰਚਾ ਵੀ ਕਰ ਰਹੇ ਸੀ। ਮੈਂ ਪਲੈਟਫਾਰਮ 'ਤੇ ਜ਼ਿਗ ਜ਼ਿਗਲਰ ਦੇ ਨਾਲ ਬੈਠਣ ਵਾਲਾ ਸੀ। ਉਹ ਪ੍ਰੇਰਨਾ 'ਤੇ ਚਰਚਾ ਕਰਨ ਵਾਲੇ ਸਨ ਅਤੇ ਮੈਂ ਅਮੀਰਾਂ ਦੇ ਰਾਜ਼ ਉੱਤੇ ਬੋਲਣ ਵਾਲਾ ਸੀ। ਇੱਕ ਦਿਨ ਮੈਂ ਵੀ ਤੁਹਾਡੇ ਵਾਂਗ ਬੈਸਟ ਸੇਲਿੰਗ ਲੇਖਿਕਾ ਬਣਨਾ ਚਾਹੁੰਦੀ ਹਾਂ, ਉਸ ਮਹਿਲਾ ਨੇ ਕਿਹਾ। ਮੈਂ ਉਹਦੇ ਕਈ ਲੇਖ ਪੜ੍ਹੇ ਸਨ ਅਤੇ ਉਹਨਾਂ ਤੋਂ ਪ੍ਰਭਾਵਿਤ ਵੀ ਹੋਇਆ ਸੀ। ਉਹਦੀ ਲਿਖਣ ਸ਼ੈਲੀ ਦਮਦਾਰ ਅਤੇ ਸਪਸ਼ਟ ਸੀ। ਉਹਦੇ ਲੇਖਾਂ 'ਚ ਪਾਠਕਾਂ ਦੀ ਦਿਲਚਸਪੀ ਜਗਾਉਣ ਦੀ ਸਮਰੱਥਾ ਸੀ। ਤੁਹਾਡੀ ਸ਼ੈਲੀ ਬਹੁਤ ਵਧੀਆ ਹੈ, ਮੈਂ ਜਵਾਬ 'ਚ ਕਿਹਾ। ਕਿਹੜੀ ਚੀਜ਼ ਤੁਹਾਨੂੰ ਆਪਣੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਤੋਂ ਰੋਕ ਰਹੀ ਹੈ? ਮੇਰਾ ਕੰਮ ਕਿਤੇ ਦਾ ਕਿਤੇ ਜਾਂਦਾ ਹੈ, ਉਹਨੇ ਸ਼ਾਂਤੀ ਨਾਲ ਕਿਹਾ। ਹਰ ਆਦਮੀ ਕਹਿੰਦਾ ਹੈ ਕਿ ਮੇਰੇ ਨਾਵਲ ਵਧੀਆ ਹਨ, ਪਰ ਕੁਝ ਨਹੀਂ ਹੁੰਦਾ। ਇਸ ਲਈ ਮੈਂ ਅਖਬਾਰ ਲਈ ਕੰਮ ਕਰ ਰਹੀ ਹਾਂ। ਘੱਟੋ ਘੱਟ ਇਸ ਨਾਲ ਮੇਰਾ ਖਰਚਾ ਤਾਂ ਚੱਲ ਹੀ ਜਾਂਦਾ ਹੈ। ਕੀ ਤੁਸੀਂ ਇਸ ਬਾਰੇ ਕੋਈ ਸੁਝਾਅ ਦੇਣਾ ਚਾਹੋਗੇ? ਹਾਂ ਬਿਲਕੁਲ, ਮੈਂ ਉਤਸ਼ਾਹ ਨਾਲ ਕਿਹਾ। ਸਿੰਗਾਪੁਰ 'ਚ ਮੇਰਾ ਦੋਸਤ ਹੈ, ਉਹ ਇੱਕ ਸਕੂਲ ਚਲਾਉਂਦਾ ਜਿੱਥੇ ਲੋਕਾਂ ਨੂੰ ਵੇਚਣ ਦੀ ਕਲਾ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਸਿੰਗਾਪੁਰ 'ਚ ਕਈ ਚੋਟੀ ਦੇ ਕਾਰਪੋਰੇਸ਼ਨਸ ਵਾਸਤੇ ਸੇਲਸ ਟ੍ਰੇਨਿੰਗ ਕੋਰਸ ਚਲਾਉਂਦਾ ਹੈ। ਮੈਂ ਸਮਝਦਾ ਕਿ ਉਹਦੇ ਕੋਰਸ 'ਚ ਸ਼ਾਮਲ ਹੋਣ ਨਾਲ ਤੁਹਾਡਾ ਕੈਰੀਅਰ ਬਹੁਤ ਜ਼ਿਆਦਾ ਵਿਕਸਿਤ ਹੋ ਜਾਏਗਾ। ਉਹਦਾ ਸਰੀਰ ਸਖਤ ਹੋ ਗਿਆ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੇਚਣਾ ਸਿੱਖਣ ਲਈ ਮੈਨੂੰ ਸਕੂਲ ਜਾਣਾ ਪਏਗਾ? ਮੈਂ ਸਹਿਮਤੀ 'ਚ ਸਿਰ ਹਿਲਾਇਆ। ਤੁਸੀਂ ਸੱਚਮੁੱਚ ਇਸ ਤਰ੍ਹਾਂ ਕਹਿ ਰਹੇ ਹੋ ਜਾਂ ਮਖੌਲ ਕਰ ਰਹੇ ਹੋ? ਇੱਕ ਵਾਰ ਫਿਰ ਮੈਂ ਸਹਿਮਤੀ 'ਚ ਸਿਰ ਹਿਲਾਇਆ। ਇਸ 'ਚ ਗਲਤ ਕੀ ਹੈ? ਮੈਂ ਹੁਣ ਆਪਣੇ ਸ਼ਬਦਾਂ ਨੂੰ ਵਾਪਸ ਲੈਣਾ ਚਾਹੁੰਦਾ ਸੀ। ਉਹਨੂੰ ਮੇਰੀ ਕਿਸੇ ਗੱਲ ਦਾ ਬੁਰਾ ਲੱਗ ਗਿਆ ਸੀ ਅਤੇ ਹੁਣ ਮੈਂ ਸੋਚ ਰਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਜੇ ਮੈਂ ਉਹਨੂੰ ਕੋਈ ਸੁਝਾਅ ਹੀ ਨਾ ਦਿੱਤਾ ਹੁੰਦਾ। ਉਹਦੀ ਸਹਾਇਤਾ ਕਰਨ ਦੀ ਕੋਸ਼ਿਸ਼ 'ਚ ਹੁਣ ਮੈਂ ਆਪਣੇ ਦਿੱਤੇ ਸੁਝਾਅ ਦਾ ਬਚਾਅ ਕਰਦਾ ਨਜ਼ਰ ਆ ਰਿਹਾ ਸੀ। ਮੇਰੇ ਕੋਲ ਅੰਗਰੇਜ਼ੀ ਸਾਹਿਤ 'ਚ ਮਾਸਟਰ ਦੀ ਡਿਗਰੀ ਹੈ। ਮੈਂ ਸੇਲਜ਼ਮੈਨ ਬਣਨਾ ਸਿੱਖਣ ਲਈ ਸਕੂਲ ਕਿਉਂ ਜਾਵਾਂ? ਮੈਂ ਇੱਕ ਪ੍ਰੋਫੈਸ਼ਨਲ ਹਾਂ। ਮੈਂ ਇੱਕ ਪ੍ਰੋਫੈਸ਼ਨ 'ਚ ਟ੍ਰੇਨਡ ਹੋਣ ਲਈ ਸਕੂਲ ਗਈ ਸੀ ਤਾਂ ਜੋ ਮੈਨੂੰ ਸੇਲਜ਼ਮੈਨ ਨਾ ਬਣਨਾ ਪਵੇ। ਮੈਂ ਸੇਲਜ਼ਮੈਨਾਂ ਤੋਂ ਨਫ਼ਰਤ ਕਰਦੀ ਹਾਂ। ਉਹਨਾਂ ਨੂੰ ਕੇਵਲ ਪੈਸਾ ਚਾਹੀਦਾ ਹੁੰਦਾ ਹੈ। ਤੁਸੀਂ ਮੈਨੂੰ ਦੱਸੋ ਕਿ ਸੇਲਜ਼ ਦਾ ਅਧਿਐਨ ਕਿਉਂ ਕਰਾਂ? ਹੁਣ ਉਹ ਆਪਣਾ ਬਰੀਫ ਕੇਸ ਤਾਕਤ ਨਾਲ ਬੰਦ ਕਰ ਰਹੀ ਸੀ। ਇੰਟਰਵਿਊ ਖਤਮ ਹੋ ਗਿਆ ਸੀ। ਕਾਫੀ ਟੇਬਲ 'ਤੇ ਮੇਰੀ ਇੱਕ ਬੈਸਟ ਸੈਲਿੰਗ ਕਿਤਾਬ ਰੱਖੀ ਸੀ। ਮੈਂ ਉਹਨੂੰ ਚੁੱਕਿਆ ਅਤੇ ਉਹਦੇ ਵੱਲੋਂ ਲਿਖੇ ਗਏ ਨੋਟਸ ਨੂੰ ਵੀ ਆਪਣੇ ਦੂਜੇ ਹੱਥ 'ਚ ਰੱਖਿਆ। ਕੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ? ਮੈਂ ਉਹਦੇ ਨੋਟਸ ਵੱਲ ਇਸ਼ਾਰਾ ਕੀਤਾ। ਉਹਨੇ ਆਪਣੇ ਨੋਟਸ ਵੱਲ ਨਜ਼ਰ ਪਾਈ। ਕੀ? ਉਹਨੇ ਉਲਝਦੇ ਹੋਏ ਕਿਹਾ। ਇੱਕ ਵਾਰ ਫਿਰ ਮੈਂ ਉਹਦੇ ਨੋਟਸ ਵੱਲ ਜਾਣ-ਬੁੱਝ ਕੇ ਇਸ਼ਾਰਾ ਕੀਤਾ। ਉਹਦੇ ਪੈਡ 'ਤੇ ਉਹਨੇ ਲਿਖਿਆ ਸੀ ਰੌਬਰਟ ਕਿਓਸਾਕੀ ਬੈਸਟ ਸੇਲਿੰਗ ਲੇਖਕ। ਇੱਥੇ ਬੈਸਟ ਸੇਲਿੰਗ ਲੇਖਕ ਲਿਖਿਆ, ਨਾ ਕਿ ਬੈਸਟ ਰਾਈਟਿੰਗ ਲੇਖਕ। ਉਹਦੀਆਂ ਅੱਖਾਂ ਇੱਕਦਮ ਫੈਲ ਗਈਆਂ। ਮੈਂ ਬਹੁਤ ਮਾੜਾ ਲੇਖਕ ਹਾਂ, ਤੁਸੀਂ ਬਹੁਤ ਵਧੀਆ ਲੇਖਕ ਹੋ। ਮੈਂ ਸੇਲ ਸਕੂਲ ਗਿਆ। ਤੁਹਾਡੇ ਕੋਲ ਮਾਸਟਰਸ ਡਿਗਰੀ ਹੈ। ਦੋਨਾਂ ਨੂੰ ਇਕੱਤਰ ਕਰ ਲਓ। ਤੁਸੀਂ ਇੱਕ ਬੈਸਟ ਸੇਲਿੰਗ ਅਤੇ ਬੈਸਟ ਰਾਈਟਿੰਗ ਲੇਖਿਕਾ ਬਣ ਸਕਦੇ ਹੋ। ਉਹਦੀਆਂ ਅੱਖਾਂ 'ਚ ਗੁੱਸਾ ਸੀ। ਮੈਂ ਹੇਠਾਂ ਨਹੀਂ ਡਿੱਗਾਂਗੀ ਕਿ ਵੇਚਣਾ ਸਿੱਖਣ ਲਈ ਟ੍ਰੇਨਿੰਗ ਲਵਾਂ। ਤੁਹਾਡੇ ਵਰਗੇ ਲੋਕਾਂ ਨੂੰ ਤਾਂ ਲਿਖਣਾ ਹੀ ਨਹੀਂ ਚਾਹੀਦਾ। ਮੈਂ ਇੱਕ ਪ੍ਰੋਫੈਸ਼ਨਲ ਲੇਖਕ ਹਾਂ ਅਤੇ ਤੁਸੀਂ ਇੱਕ ਸੇਲਜ਼ਮੈਨ ਹੋ। ਇਹ ਠੀਕ ਨਹੀਂ ਹੈ। ਉਹਨੇ ਆਪਣੇ ਬਾਕੀ ਦੇ ਨੋਟਸ ਵੀ ਸਮੇਟ ਲਏ ਅਤੇ ਉਹ ਸਿੰਗਾਪੁਰ ਦੀ ਉਸ ਭਿੱਗੀ ਸਵੇਰ ਅੰਦਰ ਤੇਜ਼ੀ ਨਾਲ ਚਲੀ ਗਈ। ਘੱਟੋ ਘੱਟ ਉਹਨੇ ਅਗਲੇ ਦਿਨ ਮੈਨੂੰ ਇੱਕ ਚੰਗਾ ਕਵਰੇਜ ਦਿੱਤਾ। ਦੁਨੀਆ ਸਮਾਰਟ, ਗੁਣੀ, ਸਿੱਖਿਅਤ ਅਤੇ ਪ੍ਰਤਿਭਾ ਸੰਪੰਨ ਲੋਕਾਂ ਨਾਲ ਭਰੀ ਹੋਈ ਹੈ। ਅਸੀਂ ਉਹਨਾਂ ਨੂੰ ਹਰ ਦਿਨ ਮਿਲਦੇ ਹਾਂ। ਉਹ ਸਾਡੇ ਚਾਰੇ ਪਾਸੇ ਹਨ। ਕੁਝ ਦਿਨ ਪਹਿਲਾਂ ਮੇਰੀ ਕਾਰ 'ਚ ਕੁਝ ਗੜਬੜ ਆ ਗਈ ਸੀ। ਮੈਂ ਇੱਕ ਗੈਰੇਜ 'ਚ ਗਿਆ ਅਤੇ ਨੌਜਵਾਨ ਮਕੈਨਿਕ ਨੇ ਉਹਨੂੰ ਕੁਝ ਹੀ ਮਿੰਟਾਂ ਅੰਦਰ ਠੀਕ ਕਰ ਦਿੱਤਾ। ਇੰਜਣ ਦੀ ਆਵਾਜ਼ ਸੁਣਦੇ ਹੀ ਉਹਨੂੰ ਸਮਝ ਆ ਗਿਆ ਸੀ ਕਿ ਗੜਬੜ ਕਿੱਥੇ ਹੈ। ਮੈਂ ਹੈਰਾਨ ਸੀ। ਦੁਖਦਾਈ ਸੱਚ ਤਾਂ ਇਹ ਹੈ ਕਿ ਪ੍ਰਤਿਭਾ ਹੋਣਾ ਹੀ ਕਾਫੀ ਨਹੀਂ ਹੁੰਦਾ। ਮੈਨੂੰ ਲਗਾਤਾਰ ਇਹ ਦੇਖ ਕੇ ਝਟਕਾ ਲੱਗਦਾ ਹੈ ਕਿ ਪ੍ਰਤਿਭਾ ਸੰਪੰਨ ਲੋਕ ਕਿੰਨਾ ਘੱਟ ਕਮਾ ਪਾਉਂਦੇ ਹਨ। ਮੈਂ ਹੁਣੇ ਹੀ ਸੁਣਿਆ ਕਿ 5% ਤੋਂ ਵੀ ਘੱਟ ਅਮਰੀਕੀ ਇੱਕ ਸਾਲ 'ਚ $1 ਲੱਖ ਤੋਂ ਜ਼ਿਆਦਾ ਕਮਾ ਪਾਉਂਦੇ ਹਨ। ਮੈਂ ਇਹੋ ਜਿਹੇ ਪ੍ਰਤਿਭਾਸ਼ਾਲੀ ਅਤੇ ਉੱਚ ਸਿੱਖਿਅਤ ਲੋਕਾਂ ਨੂੰ ਮਿਲਿਆ ਹਾਂ ਜਿਹੜੇ ਇੱਕ ਸਾਲ 'ਚ $20,000 ਤੋਂ ਘੱਟ ਕਮਾ ਪਾਉਂਦੇ ਹਨ। ਮੈਡੀਕਲ ਕਾਰੋਬਾਰ 'ਚ ਮਹਾਰਤਾਂ ਰੱਖਣ ਵਾਲਾ ਇੱਕ ਵਿਵਸਾਇਕ ਸਲਾਹਕਾਰ ਮੈਨੂੰ ਦੱਸ ਰਿਹਾ ਸੀ
ਕਿ ਕਿੰਨੇ ਡਾਕਟਰ, ਡੈਂਟਲ ਸਰਜਨ ਤੇ ਦੂਜੇ ਲੋਕ ਪੈਸਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਮੇਰੀ ਸੋਚ ਇਹ ਸੀ ਕਿ ਇੱਕ ਵਾਰ ਡਾਕਟਰ ਬਣਨ ਤੋਂ ਬਾਅਦ ਤਾਂ ਪੈਸਾ ਉਹਨਾਂ ਦੇ ਘਰ 'ਚ ਵਰਖਣ ਲੱਗਦਾ ਹੋਏਗਾ। ਇਸ ਵਿਵਸਾਇਕ ਸਲਾਹਕਾਰ ਨੇ ਮੈਨੂੰ ਇੱਕ ਵਧੀਆ ਵਾਕ ਦਿੱਤਾ, ਉਹ ਭਾਰੀ ਦੌਲਤ ਤੋਂ ਸਿਰਫ ਇੱਕ ਮਹਾਰਤਾ ਦੂਰ ਹਨ। ਇਸ ਵਾਕ ਦਾ ਇਹ ਮਤਲਬ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕੇਵਲ ਇੱਕ ਹੋਰ ਮਹਾਰਤਾ ਸਿੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਉਹਨਾਂ ਦੀ ਆਮਦਨ ਆਪਣੇ ਆਪ ਬਹੁਤ ਜ਼ਿਆਦਾ ਵੱਧ ਜਾਏਗੀ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਫਾਈਨੈਂਸ਼ੀਅਲ ਬੁੱਧੀ, ਅਕਾਊਂਟਿੰਗ, ਨਿਵੇਸ਼, ਮਾਰਕੀਟਿੰਗ ਤੇ ਕਾਨੂੰਨ ਦਾ ਸੁਮੇਲ ਹੈ। ਇਹਨਾਂ 4 ਤਕਨੀਕੀ ਮਹਾਰਤਾਂ ਨੂੰ ਮਿਲਾ ਲਓ ਤੇ ਪੈਸੇ ਤੋਂ ਪੈਸਾ ਬਣਾਉਣਾ ਜ਼ਿਆਦਾ ਸੌਖਾ ਹੋ ਜਾਏਗਾ। ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕਾਂ 'ਚ ਕੇਵਲ ਜ਼ਿਆਦਾ ਕਰੜੀ ਮਿਹਨਤ ਕਰਨ ਦੀ ਮੁਹਾਰਤ ਹੁੰਦੀ ਹੈ। ਮਹਾਰਤਾਂ 'ਚ ਸੰਜੋਗ ਦਾ ਇੱਕ ਚੰਗਾ ਉਦਾਹਰਣ ਅਖਬਾਰ ਹੀ ਉਸ ਰਿਪੋਰਟਰ ਦਾ ਹੈ। ਜੇ ਉਹ ਸੇਲਸ ਤੇ ਮਾਰਕੀਟਿੰਗ ਦੇ ਖੇਤਰ 'ਚ ਮਹਾਰਤ ਹਾਸਲ ਕਰ ਲਏ ਤਾਂ ਉਹਦੀ ਆਮਦਨ ਹਵਾ ਨਾਲ ਗੱਲਾਂ ਕਰ ਸਕਦੀ ਹੈ। ਜੇ ਮੈਂ ਉਹਦੀ ਜਗ੍ਹਾ ਉੱਤੇ ਹੁੰਦਾ ਤਾਂ ਮੈਂ ਐਡਵਰਟਾਈਜ਼ਿੰਗ, ਕਾਪੀਰਾਈਟਿੰਗ ਤੇ ਸੇਲਸ ਦੇ ਕੋਰਸ ਵਿੱਚ ਸ਼ਾਮਲ ਹੋ ਜਾਂਦਾ। ਫਿਰ ਅਖਬਾਰ 'ਚ ਕੰਮ ਕਰਨ ਦੀ ਬਜਾਏ ਮੈਂ ਕਿਸੇ ਐਡਵਰਟਾਈਜ਼ਿੰਗ ਏਜੰਸੀ 'ਚ ਨੌਕਰੀ ਲੱਭਦਾ, ਚਾਹੇ ਇਸ ਕੰਮ ਲਈ ਤਨਖਾਹ ਘੱਟ ਹੀ ਕਿਉਂ ਨਾ ਮਿਲਦੀ, ਪਰ ਇਸ ਨਾਲ ਮੈਂ ਉਹ ਸਾਰਾ ਕੁਝ ਸਿੱਖ ਜਾਂਦਾ ਜਿੱਥੋਂ ਸਫਲ ਐਡਵਰਟਾਈਜ਼ਿੰਗ 'ਚ ਇਸਤੇਮਾਲ ਹੋਣ ਵਾਲੇ ਸ਼ਾਰਟਕਟ ਦਾ ਪ੍ਰਯੋਗ ਕਿਵੇਂ ਹੁੰਦਾ ਹੈ। ਮੈਨੂੰ ਆਪਣਾ ਕੁਝ ਸਮਾਂ ਲੋਕਾਂ ਨਾਲ ਮਿਲਣ ਜੁਲਣ ਲਈ ਵੀ ਦੇਣਾ ਹੁੰਦਾ ਹੈ, ਜਿਹੜੀ ਇੱਕ ਮਹੱਤਵਪੂਰਨ ਮਹਾਰਤ ਹੈ। ਮੈਂ ਵੀ ਸਿੱਖਦਾ ਕਿ ਫ੍ਰੀ ਪ੍ਰਚਾਰ ਤੋਂ ਕਿਵੇਂ ਲੱਖਾਂ ਡਾਲਰ ਕਮਾਏ ਜਾਂਦੇ ਹਨ। ਫਿਰ ਰਾਤਾਂ ਤੇ ਵੀਕਐਂਡ ਵਿੱਚ ਆਪਣਾ ਮਹਾਨ ਨਾਵਲ ਪੂਰਾ ਕਰ ਸਕਦਾ ਸੀ। ਜਦੋਂ ਉਹ ਪੂਰਾ ਹੋ ਜਾਂਦਾ ਤਾਂ ਮੈਂ ਆਪਣੀ ਪੁਸਤਕ ਨੂੰ ਵੇਚਣ ਲਈ ਜ਼ਿਆਦਾ ਚੰਗੀ ਸਥਿਤੀ 'ਚ ਹੁੰਦਾ। ਫਿਰ ਕੁਝ ਹੀ ਸਮੇਂ ਬਾਅਦ ਉਹ ਮਹਿਲਾ ਰਿਪੋਰਟਰ ਇੱਕ ਬੈਸਟ ਸੇਲਿੰਗ ਲੇਖਿਕਾ ਹੋ ਸਕਦੀ। ਜਦੋਂ ਮੈਂ ਆਪਣੀ ਪਹਿਲੀ ਪੁਸਤਕ ਇਫ ਯੂ ਵਾਂਟ ਟੂ ਬੀ ਰਿਚ ਐਂਡ ਹੈਪੀ ਡੋਂਟ ਗੋ ਟੂ ਸਕੂਲ ਛਪਵਾਈ ਤਾਂ ਇੱਕ ਪ੍ਰਕਾਸ਼ਕ ਨੇ ਸੁਝਾਅ ਦਿੱਤਾ ਕਿ ਮੈਂ ਸਿਰਲੇਖ ਨੂੰ ਬਦਲ ਕੇ ਦਾ ਇਕਨੋਮਿਕਸ ਆਫ ਐਜੂਕੇਸ਼ਨ ਕਰ ਦਿਆਂ। ਮੈਂ ਪ੍ਰਕਾਸ਼ਕ ਨੂੰ ਸਾਫ਼ ਕਹਿ ਦਿੱਤਾ ਕਿ ਇਸ ਤਰ੍ਹਾਂ ਦੇ ਸਿਰਲੇਖ ਨਾਲ ਪੁਸਤਕ ਦੀ ਕੁੱਲ 2 ਕਾਪੀਆਂ ਵਿਕਣਗੀਆਂ, ਇੱਕ ਤਾਂ ਮੇਰਾ ਪਰਿਵਾਰ ਖਰੀਦੇਗਾ ਤੇ ਦੂਜੀ ਮੇਰੀ ਸਭ ਤੋਂ ਚੰਗੀ ਦੋਸਤ। ਮੁਸ਼ਕਲ ਤਾਂ ਇਹ ਹੈ ਕਿ ਉਹ ਦੋਵੇਂ ਹੀ ਇਸ ਨੂੰ ਮੁਫਤ 'ਚ ਪਾਉਣ ਦੀ ਆਸ ਕਰਨਗੇ। ਇਫ ਯੂ ਵਾਂਟ ਟੂ ਬੀ ਰਿਚ ਐਂਡ ਹੈਪੀ ਡੋਂਟ ਗੋ ਟੂ ਸਕੂਲ ਸਿਰਲੇਖ ਨੂੰ ਜਾਣ-ਬੁੱਝ ਕੇ ਚੁਟੀਲਾ ਬਣਾਇਆ ਗਿਆ ਕਿਉਂਕਿ ਮੈਂ ਜਾਣਦਾ ਕਿ ਇੰਝ ਕਰਨ ਨਾਲ ਇਹਨੂੰ ਹਜ਼ਾਰਾਂ ਟਨ ਪ੍ਰਚਾਰ ਮਿਲ ਜਾਏਗਾ। ਮੈਂ ਸਿੱਖਿਆ ਦਾ ਸਮਰਥਕ ਹਾਂ ਤੇ ਸਿੱਖਿਆ ਦੇ ਸੁਧਾਰ 'ਚ ਭਰੋਸਾ ਕਰਦਾ, ਨਹੀਂ ਤਾਂ ਮੈਂ ਆਪਣੇ ਪੁਰਾਤਨ ਪੰਥੀ ਸਿੱਖਿਆ ਤੰਤਰ ਨੂੰ ਬਦਲਣ ਦੀ ਬਾਰ-ਬਾਰ ਮੰਗ ਕਿਉਂ ਕਰਦਾ। ਇਸ ਲਈ ਮੈਂ ਇੱਕ ਇਹੋ ਜਿਹਾ ਟਾਈਟਲ ਚੁਣਿਆ ਜਿਹੜਾ ਟੀਵੀ ਤੇ ਰੇਡੀਓ ਸ਼ੋਅ 'ਤੇ ਜ਼ਿਆਦਾ ਪ੍ਰਚਾਰਿਤ ਹੋ ਸਕਦਾ ਸੀ, ਸਿਰਫ ਇਸ ਲਈ ਕਿਉਂਕਿ ਮੈਂ ਵਿਵਾਦਗ੍ਰਸਤ ਹੋਣ ਤੋਂ ਨਹੀਂ ਡਰਦਾ। ਕਈ ਲੋਕਾਂ ਦਾ ਵਿਚਾਰ ਸੀ ਕਿ ਮੈਂ ਕੋਈ ਫਰੂਟ ਕੇਕ ਸੀ, ਪਰ ਕਿਤਾਬਾਂ ਵਿਕੀਆਂ ਤੇ ਬਹੁਤ ਜ਼ਿਆਦਾ ਵਿਕੀਆਂ। ਜਦੋਂ ਮੈਂ US ਮਰਚੈਂਟ ਮਰੀਨ ਅਕੈਡਮੀ ਤੋਂ 1969 'ਚ ਗ੍ਰੈਜੂਏਟ ਹੋਇਆ ਤਾਂ ਮੇਰੇ ਪੜ੍ਹੇ ਲਿਖੇ ਡੈਡੀ ਖੁਸ਼ ਹੋਏ। ਸਟੈਂਡਰਡ ਆਇਲ ਆਫ ਕੈਲੀਫੋਰਨੀਆ ਨੇ ਮੈਨੂੰ ਆਪਣੇ ਆਇਲ ਟੈਂਕਰ ਫਲੀਟ 'ਚ ਕੰਮ ਦੇ ਦਿੱਤਾ। ਮੈਂ 3rd ਮੇਟ ਸੀ ਤੇ ਹਾਲਾਂਕਿ ਮੇਰੀ ਤਨਖਾਹ ਮੇਰੇ ਸਹਿਪਾਠੀਆਂ ਦੀ ਤੁਲਨਾ 'ਚ ਘੱਟ ਸੀ, ਪਰ ਕਾਲਜ ਤੋਂ ਬਾਅਦ ਪਹਿਲੇ ਕੰਮ ਦੇ ਹਿਸਾਬ ਨਾਲ ਠੀਕ ਸੀ। ਮੇਰੀ ਸ਼ੁਰੂਆਤੀ ਤਨਖਾਹ $42,000 ਸਾਲਾਨਾ ਸੀ, ਜਿਸ 'ਚ ਓਵਰਟਾਈਮ ਵੀ ਸ਼ਾਮਲ ਸੀ ਤੇ ਮੈਨੂੰ ਕੇਵਲ 7 ਮਹੀਨੇ ਕੰਮ ਕਰਨਾ ਪੈਂਦਾ ਸੀ। ਬਾਕੀ ਦੇ 5 ਮਹੀਨੇ ਮੇਰੀਆਂ ਛੁੱਟੀਆਂ ਹੁੰਦੀਆਂ ਸੀ। ਜੇ ਮੈਂ ਚਾਹੁੰਦਾ ਤਾਂ ਮੈਂ ਇੱਕ ਸਹਾਇਕ ਸ਼ਿਪਿੰਗ ਕੰਪਨੀ ਦੇ ਨਾਲ ਵੀਅਤਨਾਮ ਜਾ ਸਕਦਾ ਸੀ ਤੇ ਆਪਣੀ 5 ਮਹੀਨਿਆਂ ਦੀਆਂ ਛੁੱਟੀਆਂ ਦੇ ਬਦਲੇ ਆਪਣੀ ਤਨਖਾਹ ਦੁੱਗਣੀ ਕਰ ਸਕਦਾ ਸੀ। ਮੇਰੇ ਸਾਹਮਣੇ ਇੱਕ ਬਹੁਤ ਵਧੀਆ ਕੈਰੀਅਰ ਸੀ, ਪਰ ਮੈਂ 6 ਮਹੀਨਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ ਤੇ ਮਰੀਨ ਕਾਰਪਸ 'ਚ ਭਰਤੀ ਹੋ ਗਿਆ ਤਾਂ ਕਿ ਮੈਂ ਹਵਾਈ ਜਹਾਜ਼ ਉਡਾਉਣਾ ਸਿੱਖ ਸਕਾਂ। ਮੇਰੇ ਪੜ੍ਹੇ ਲਿਖੇ ਡੈਡੀ ਦਾ ਦਿਲ ਟੁੱਟ ਗਿਆ। ਅਮੀਰ ਡੈਡੀ ਨੇ ਮੈਨੂੰ ਵਧਾਈਆਂ ਦਿੱਤੀਆਂ। ਸਕੂਲ ਤੇ ਨੌਕਰੀ 'ਚ ਵਿਸ਼ੇਸ਼ਗਤਾ ਜਾਂ ਨਿਪੁੰਨਤਾ ਦਾ ਵਿਚਾਰ ਇੱਕ ਲੋਕਪ੍ਰਿਯ ਵਿਚਾਰ ਹੈ, ਯਾਨੀ ਕਿ ਜ਼ਿਆਦਾ ਧਨ ਕਮਾਉਣ ਜਾਂ ਪ੍ਰਮੋਸ਼ਨ ਹਾਸਲ ਕਰਨ ਦੇ ਲਈ ਤੁਹਾਨੂੰ ਵਿਸ਼ੇਸ਼ਗਤਾ ਹਾਸਲ ਕਰਨ ਦੀ ਲੋੜ ਹੈ। ਇਸ ਲਈ ਮੈਡੀਕਲ ਡਾਕਟਰਜ਼ ਇੱਕਦਮ ਬਾਲ ਰੋਗ ਵਿਸ਼ੇਸ਼ੱਗ ਜਾਂ ਸਰਜੀਕਲ ਐਕਸਪਰਟ ਜਿਹੋ ਜਿਹੀਆਂ ਵਿਸ਼ੇਸ਼ਗਤਾ ਹਾਸਲ ਕਰਨ 'ਚ ਜੁਟ ਜਾਂਦੇ ਹਨ। ਇਹ ਅਕਾਊਂਟੈਂਟਸ, ਆਰਕੀਟੈਕਟਸ, ਵਕੀਲਾਂ, ਪਾਇਲਟਾਂ ਤੇ ਬਾਕੀ ਲੋਕਾਂ ਬਾਰੇ ਵੀ ਸਹੀ ਹੈ। ਮੇਰੇ ਪੜ੍ਹੇ ਲਿਖੇ ਡੈਡੀ ਇਸੇ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਹਨ, ਇਸ ਲਈ ਉਹ ਡਾਕਟਰੇਟ ਮਿਲਣ ਤੋਂ ਬਾਅਦ ਰੋਮਾਂਚਿਤ ਹੋ ਗਏ ਸਨ। ਉਹ ਆਮ ਕਰਕੇ ਮੰਨਦੇ ਸਨ ਕਿ ਸਕੂਲ 'ਚ ਇਹੋ ਜਿਹੇ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਹੈ ਜਿਹੜੇ ਘੱਟੋ ਘੱਟ ਚੀਜ਼ਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਦੇ ਹਨ।
ਅਮੀਰ ਡੈਡੀ ਮੈਨੂੰ ਠੀਕ ਇਸ ਤੋਂ ਉਲਟ ਕਰਨ ਲਈ ਹੱਲਾਸ਼ੇਰੀ ਦਿੰਦੇ ਸਨ। ਤੁਹਾਨੂੰ ਹਰ ਚੀਜ਼ ਦੇ ਬਾਰੇ ਥੋੜ੍ਹਾ ਪਤਾ ਹੋਣਾ ਚਾਹੀਦਾ ਹੈ, ਇਹ ਉਹਨਾਂ ਦਾ ਸੁਝਾਅ ਸੀ। ਇਸ ਲਈ ਮੈਂ ਉਹਨਾਂ ਦੀਆਂ ਕੰਪਨੀਆਂ 'ਚ ਕਈ ਡਿਪਾਰਟਮੈਂਟਾਂ ਅੰਦਰ ਸਾਲਾਂ ਤੱਕ ਕੰਮ ਕੀਤਾ। ਕੁਝ ਸਮੇਂ ਲਈ ਮੈਂ ਉਹਨਾਂ ਦੇ ਅਕਾਊਂਟਿੰਗ ਡਿਪਾਰਟਮੈਂਟ 'ਚ ਕੰਮ ਕੀਤਾ। ਹਾਲਾਂਕਿ ਮੈਂ ਕਦੇ ਅਕਾਊਂਟੈਂਟ ਨਹੀਂ ਬਣ ਸਕਦਾ ਸੀ, ਪਰ ਉਹ ਚਾਹੁੰਦੇ ਸਨ ਕਿ ਮੈਂ ਉਸ ਡਿਪਾਰਟਮੈਂਟ 'ਚ ਰਹਿ ਕੇ ਉਹਦੇ ਬਾਰੇ ਮੋਟੀਆਂ-ਮੋਟੀਆਂ ਗੱਲਾਂ ਸਮਝ ਲਵਾਂ। ਅਮੀਰ ਡੈਡੀ ਜਾਣਦੇ ਸਨ ਕਿ ਉੱਥੇ ਦੀ ਸ਼ਬਦਾਵਲੀ ਨੂੰ ਫੜ ਲਵਾਂਗਾ ਅਤੇ ਇਹ ਵੀ ਸਮਝ ਲਵਾਂਗਾ ਕਿ ਕੀ ਮਹੱਤਵਪੂਰਨ ਹੁੰਦਾ ਅਤੇ ਕੀ ਨਹੀਂ। ਮੈਂ ਇੱਕ ਬਸ ਬਾਏ ਅਤੇ ਕੰਸਟਰਕਸ਼ਨ ਵਰਕਰ ਦੇ ਤੌਰ 'ਤੇ ਵੀ ਕੰਮ ਕਰ ਚੁੱਕਿਆ ਅਤੇ ਸੇਲਜ਼, ਰਿਜ਼ਰਵੇਸ਼ਨ, ਮਾਰਕੀਟਿੰਗ 'ਚ ਵੀ। ਉਹ ਮੈਨੂੰ ਅਤੇ ਮਾਈਕ ਨੂੰ ਪੌੜੀ ਦਰ ਪੌੜੀ ਸਿਖਾ ਰਹੇ ਸਨ। ਇਸੇ ਲਈ ਉਹ ਚਾਹੁੰਦੇ ਸਨ ਕਿ ਅਸੀਂ ਲੋਕ ਉਹਨਾਂ ਦੇ ਬੈਂਕਰਜ਼, ਵਕੀਲਾਂ, ਅਕਾਊਂਟੈਂਟਸ ਅਤੇ ਬ੍ਰੋਕਰਜ਼ ਨਾਲ ਬੈਠਕਾਂ 'ਚ ਭਾਗ ਲਈਏ। ਉਹ ਚਾਹੁੰਦੇ ਸਨ ਕਿ ਅਸੀਂ ਲੋਕ ਉਹਨਾਂ ਦੇ ਸਾਮਰਾਜ ਦੇ ਹਰ ਪਹਿਲੂ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਰੱਖੀਏ। ਜਦੋਂ ਮੈਂ ਸਟੈਂਡਰਡ ਆਇਲ ਦੀ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ ਤਾਂ ਮੇਰੇ ਪੜ੍ਹੇ ਲਿਖੇ ਡੈਡੀ ਨੇ ਮੇਰੇ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਉਹਨਾਂ ਨੂੰ ਕੁਝ ਸਮਝ 'ਚ ਨਹੀਂ ਸੀ ਆ ਰਿਹਾ। ਉਹ ਮੇਰੇ ਨਿਰਣੇ ਦੇ ਪਿੱਛੇ ਦੇ ਕਾਰਨਾਂ ਨੂੰ ਨਹੀਂ ਸਮਝ ਪਾ ਰਹੇ ਸੀ, ਕਿਉਂਕਿ ਜਿਸ ਨੌਕਰੀ ਤੋਂ ਮੈਂ ਅਸਤੀਫਾ ਦਿੱਤਾ ਸੀ ਉਸ 'ਚ ਤਨਖਾਹ ਚੰਗੀ ਸੀ, ਫਾਇਦੇ ਬੜੇ ਸਨ, ਖਾਲੀ ਸਮਾਂ ਵੀ ਬਹੁਤ ਮਿਲਦਾ ਸੀ ਅਤੇ ਪ੍ਰਮੋਸ਼ਨ ਦੇ ਵੀ ਚੰਗੇ ਮੌਕੇ ਸਨ। ਜਦੋਂ ਇੱਕ ਸ਼ਾਮ ਨੂੰ ਉਹਨਾਂ ਨੇ ਮੈਨੂੰ ਪੁੱਛਿਆ, ਤੂੰ ਨੌਕਰੀ ਕਿਉਂ ਛੱਡ ਦਿੱਤੀ, ਤਾਂ ਮੈਂ ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹਨਾਂ ਨੂੰ ਇਹਦਾ ਕਾਰਨ ਨਹੀਂ ਸਮਝਾ ਪਾਇਆ। ਮੇਰੇ ਤਰਕ ਉਹਨਾਂ ਦੇ ਤਰਕ ਦੇ ਦਾਇਰੇ 'ਚ ਫਿੱਟ ਨਹੀਂ ਹੋ ਪਾ ਰਹੇ ਸੀ। ਸਮੱਸਿਆ ਇਹ ਸੀ ਕਿ ਮੇਰਾ ਤਰਕ ਮੇਰੇ ਅਮੀਰ ਡੈਡੀ ਦਾ ਤਰਕ ਸੀ। ਮੇਰੇ ਪੜ੍ਹੇ ਲਿਖੇ ਡੈਡੀ ਲਈ ਨੌਕਰੀ ਦੀ ਸੁਰੱਖਿਆ ਹੀ ਸਾਰਾ ਕੁਝ ਸੀ। ਮੇਰੇ ਅਮੀਰ ਡੈਡੀ ਲਈ ਸਿੱਖਣਾ ਹੀ ਸਾਰਾ ਕੁਝ ਸੀ। ਪੜ੍ਹੇ ਲਿਖੇ ਡੈਡੀ ਦਾ ਵਿਚਾਰ ਸੀ ਕਿ ਮੈਂ ਸ਼ਿਪ ਦਾ ਅਫਸਰ ਬਣਨ ਦੀ ਸਿੱਖਿਆ ਹਾਸਲ ਕਰਨ ਸਕੂਲ ਗਿਆ ਸੀ। ਅਮੀਰ ਡੈਡੀ ਜਾਣਦੇ ਸੀ ਕਿ ਮੈਂ ਇੰਟਰਨੈਸ਼ਨਲ ਵਪਾਰ ਦੇ ਅਧਿਐਨ ਲਈ ਸਕੂਲ ਗਿਆ ਸੀ। ਇਸ ਲਈ ਮੈਂ ਇੱਕ ਵਿਦਿਆਰਥੀ ਵਾਂਗ ਸੁਦੂਰ ਪੂਰਬ ਅਤੇ ਸਾਊਥ ਪੈਸੀਫਿਕ ਜਾਣ ਵਾਲੇ ਜਹਾਜ਼ਾਂ ਉੱਤੇ, ਵੱਡੇ ਫਰੇਟਰਸ ਅਤੇ ਆਇਲ ਟੈਂਕਰਾਂ ਉੱਤੇ, ਯਾਤਰੀ ਜਹਾਜ਼ਾਂ 'ਤੇ ਕੰਮ ਕਰਦਾ ਰਿਹਾ। ਅਮੀਰ ਡੈਡੀ ਇਹਨਾਂ ਗੱਲਾਂ 'ਤੇ ਜ਼ੋਰ ਦਿੰਦੇ ਸਨ ਕਿ ਮੈਂ ਯੂਰਪ ਵੱਲ ਜਾਣ ਵਾਲੇ ਜਹਾਜ਼ਾਂ ਦੀ ਬਜਾਏ ਪ੍ਰਸ਼ਾਂਤ ਮਹਾਸਾਗਰ 'ਤੇ ਆਪਣਾ ਧਿਆਨ ਕੇਂਦਰਿਤ ਕਰਾਂ, ਕਿਉਂਕਿ ਭਵਿੱਖ ਦੇ ਦੇਸ਼ ਏਸ਼ੀਆ 'ਚ ਹਨ, ਯੂਰਪ 'ਚ ਨਹੀਂ। ਜਦਕਿ ਮੇਰੇ ਜ਼ਿਆਦਾਤਰ ਸਹਿਪਾਠੀ, ਜਿਨ੍ਹਾਂ 'ਚ ਮਾਈਕ ਵੀ ਸ਼ਾਮਲ ਸੀ, ਆਪਣੇ ਘਰਾਂ ਵਿੱਚ ਪਾਰਟੀ ਅਤੇ ਮੌਜ ਮਸਤੀ ਕਰਿਆ ਕਰਦੇ ਸਨ। ਤਦ ਮੈਂ ਜਾਪਾਨ, ਤਾਇਵਾਨ, ਥਾਈਲੈਂਡ, ਸਿੰਗਾਪੁਰ, ਹਾਂਗਕਾਂਗ, ਵੀਅਤਨਾਮ, ਕੋਰੀਆ, ਤਾਹਿਤੀ, ਸਮੋਆ ਅਤੇ ਫਿਲੀਪੀਨਜ਼ 'ਚ ਕਾਰੋਬਾਰ, ਲੋਕ, ਬਿਜ਼ਨਸ ਦੀਆਂ ਸ਼ੈਲੀਆਂ ਅਤੇ ਸੰਸਕ੍ਰਿਤੀਆਂ ਦਾ ਅਧਿਐਨ ਕਰ ਰਿਹਾ ਸੀ। ਮੈਂ ਵੀ ਪਾਰਟੀ ਕਰ ਰਿਹਾ ਹੁੰਦਾ ਸੀ, ਪਰ ਆਪਣੇ ਘਰ 'ਚ ਨਹੀਂ। ਮੇਰਾ ਗਿਆਨ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ। ਪੜ੍ਹੇ ਲਿਖੇ ਡੈਡੀ ਕਦੇ ਨਹੀਂ ਸਮਝ ਸਕੇ ਕਿ ਮੈਂ ਇਹ ਨੌਕਰੀ ਕਿਉਂ ਛੱਡੀ ਅਤੇ ਇਸ ਤੋਂ ਬਾਅਦ ਮਰੀਨ ਕਾਰਪਸ 'ਚ ਕਿਉਂ ਸ਼ਾਮਲ ਹੋਇਆ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਹਾਜ਼ ਉਡਾਉਣਾ ਸਿੱਖਣਾ ਚਾਹੁੰਦਾ, ਪਰ ਅਸਲ 'ਚ ਮੈਂ ਟਰੂਪ ਦਾ ਨੇਤਾ ਬਣਨਾ ਸਿੱਖਣਾ ਚਾਹੁੰਦਾ ਸੀ। ਅਮੀਰ ਡੈਡੀ ਨੇ ਮੈਨੂੰ ਦੱਸਿਆ ਹੋਇਆ ਸੀ ਕਿ ਕੰਪਨੀ ਚਲਾਉਣ ਦੇ ਕੰਮਾਂ 'ਚ ਸਾਰਿਆਂ ਤੋਂ ਮੁਸ਼ਕਿਲ ਕੰਮ ਹੈ ਲੋਕਾਂ ਕੋਲੋਂ ਕੰਮ ਲੈਣਾ। ਉਹਨਾਂ ਨੇ 3 ਸਾਲ ਤਾਈਂ ਮਿਲਟਰੀ 'ਚ ਕੰਮ ਕੀਤਾ ਸੀ। ਮੇਰੇ ਪੜ੍ਹੇ ਲਿਖੇ ਡੈਡੀ ਨੇ ਕਦੇ ਇਸ ਤਰ੍ਹਾਂ ਨਹੀਂ ਸੀ ਕੀਤਾ। ਅਮੀਰ ਡੈਡੀ ਨੇ ਮੈਨੂੰ ਦੱਸਿਆ ਕਿ ਖਤਰਨਾਕ ਹਾਲਤਾਂ 'ਚ ਕਿਵੇਂ ਲੋਕਾਂ ਦੀ ਅਗਵਾਈ ਕੀਤੀ ਜਾਏ। ਤੁਹਾਨੂੰ ਜਿਹੜੀ ਅਗਲੀ ਚੀਜ਼ ਸਿੱਖਣੀ ਚਾਹੀਦੀ ਹੈ ਉਹ ਹੈ ਅਗਵਾਈ। ਉਹਨਾਂ ਨੇ ਕਿਹਾ, ਜੇ ਤੁਸੀਂ ਇੱਕ ਚੰਗੇ ਲੀਡਰ ਨਹੀਂ ਹੋ ਤਾਂ ਤੁਹਾਡੇ 'ਤੇ ਪਿੱਛਿਓਂ ਦੀ ਗੋਲੀ ਚਲਾਈ ਜਾ ਸਕਦੀ ਹੈ, ਜਿਵੇਂ ਬਿਜ਼ਨਸ 'ਚ ਕੀਤਾ ਜਾਂਦਾ ਹੈ। 1973 'ਚ ਵੀਅਤਨਾਮ ਤੋਂ ਮੁੜਨ ਬਾਅਦ ਮੈਂ ਕਮਿਸ਼ਨ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਮੈਂ ਹਵਾਈ ਜਹਾਜ਼ ਉਡਾਉਣਾ ਪਸੰਦ ਕਰਦਾ ਸੀ। ਮੈਂ ਜ਼ੈਰੋਕਸ ਕੰਪਨੀ 'ਚ ਕੰਮ ਕਰਨ ਲੱਗ ਪਿਆ। ਮੈਂ ਇਸ 'ਚ ਇੱਕ ਖਾਸ ਕਾਰਨ ਲਈ ਨੌਕਰੀ ਕੀਤੀ ਸੀ ਅਤੇ ਨੌਕਰੀ ਦੇ ਫਾਇਦੇ ਉਸ ਕਾਰਨ ਨਹੀਂ ਸੀ। ਮੈਂ ਇੱਕ ਸ਼ਰਮੀਲਾ ਆਦਮੀ ਸੀ ਅਤੇ ਵੇਚਣ ਦਾ ਵਿਚਾਰ ਮੈਨੂੰ ਦੁਨੀਆ ਦਾ ਸਭ ਤੋਂ ਡਰਾਉਣਾ ਵਿਸ਼ਾ ਲੱਗਦਾ ਸੀ। ਜ਼ੈਰੋਕਸ ਅਮਰੀਕਾ 'ਚ ਸੇਲਸ ਟ੍ਰੇਨਿੰਗ ਪ੍ਰੋਗਰਾਮਸ ਵਿੱਚ ਬਹੁਤ ਵਧੀਆ ਕੰਪਨੀ ਮੰਨੀ ਜਾਂਦੀ ਸੀ। ਅਮੀਰ ਡੈਡੀ ਨੂੰ ਮੇਰੇ 'ਤੇ ਨਾਜ਼ ਸੀ। ਮੇਰੇ ਪੜ੍ਹੇ ਲਿਖੇ ਡੈਡੀ ਨੂੰ ਮੇਰੇ ਉੱਤੇ ਸ਼ਰਮ ਆਉਂਦੀ ਸੀ। ਇੱਕ ਬੁੱਧੀਜੀਵੀ ਹੋਣ ਦੇ ਨਾਤੇ ਉਹ ਸੋਚਦੇ ਸਨ ਕਿ ਸੇਲਜ਼ਮੈਨ ਉਹਨਾਂ ਦੇ ਹੇਠਲੇ ਸਤਰ ਦੇ ਬੰਦੇ ਹੁੰਦੇ ਹਨ। ਮੈਂ ਜ਼ੈਰੋਕਸ ਵਿੱਚ 4 ਸਾਲ ਤੱਕ ਕੰਮ ਕੀਤਾ, ਜਦੋਂ ਤੱਕ ਕਿ ਮੈਨੂੰ ਦਰਵਾਜ਼ੇ ਖਟਖਟਾਉਣ ਅਤੇ ਅਸਵੀਕਾਰ ਕੀਤੇ ਜਾਣ ਦੇ ਡਰ ਤੋਂ ਮੁਕਤੀ ਨਹੀਂ ਮਿਲ ਗਈ। ਇੱਕ ਵਾਰ ਮੈਂ ਵਿਕਰੀ ਕਰਨ ਵਾਲੇ ਚੋਟੀ ਦੇ 5 ਲੋਕਾਂ ਦੀ ਗਿਣਤੀ 'ਚ ਲਗਾਤਾਰ ਆਉਣ ਲੱਗਾ ਤਾਂ ਮੈਂ ਇੱਕ ਵਾਰ ਫਿਰ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਅੱਗੇ ਵਧ ਗਿਆ। ਇੱਕ ਵਾਰ ਫਿਰ ਮੈਂ ਇੱਕ ਚੰਗੀ ਖਾਸੀ ਕੰਪਨੀ ਦੇ ਨਾਲ ਆਪਣਾ ਵਧੀਆ ਕੈਰੀਅਰ ਛੱਡ ਦਿੱਤਾ ਸੀ। 1977 'ਚ ਮੈਂ ਆਪਣੀ ਪਹਿਲੀ ਕੰਪਨੀ ਖੋਲ੍ਹੀ। ਅਮੀਰ ਡੈਡੀ ਨੇ ਮੈਨੂੰ ਅਤੇ ਮਾਈਕ ਨੂੰ ਕੰਪਨੀਆਂ ਚਲਾਉਣ ਦੀ ਟ੍ਰੇਨਿੰਗ ਦੇ ਰੱਖੀ ਸੀ। ਹੁਣ
ਮੈਨੂੰ ਉਹਨਾਂ ਨੂੰ ਸਥਾਪਿਤ ਕਰਨਾ ਵੀ ਸਿੱਖਣਾ ਸੀ। ਮੇਰਾ ਪਹਿਲਾ ਪ੍ਰੋਡਕਟ ਸੀ ਨਾਇਲੋਨ ਅਤੇ ਵੈਲਕਰੋ ਦਾ ਵੈਲਟ, ਜਿਹੜਾ ਫਾਰ ਈਸਟ 'ਚ ਬਣਦਾ ਅਤੇ ਸਮੁੰਦਰੀ ਜਹਾਜ਼ ਤੋਂ ਨਿਊਯਾਰਕ 'ਚ ਇੱਕ ਵੇਅਰ ਹਾਊਸ ਤੱਕ ਆਉਂਦਾ ਸੀ। ਮੇਰੀ ਫਾਰਮਲ ਸਿੱਖਿਆ ਪੂਰੀ ਹੋ ਚੁੱਕੀ ਸੀ। ਹੁਣ ਮੇਰੇ ਫੰਗਾਂ ਦੀ ਮਜ਼ਬੂਤੀ ਦੀ ਪ੍ਰੀਖਿਆ ਦਾ ਵਕਤ ਆ ਗਿਆ ਸੀ। ਜੇ ਮੈਂ ਅਸਫਲ ਹੋ ਜਾਂਦਾ ਤਾਂ ਮੈਂ ਦਿਵਾਲੀਆ ਹੋ ਗਿਆ ਹੁੰਦਾ। ਅਮੀਰ ਡੈਡੀ ਦਾ ਮੰਨਣਾ ਸੀ ਕਿ 30 ਸਾਲ ਦੇ ਪਹਿਲਾਂ ਦਿਵਾਲੀਆ ਹੋਣਾ ਸਭ ਤੋਂ ਚੰਗਾ ਹੁੰਦਾ ਹੈ। ਤੁਹਾਡੇ ਕੋਲ ਸੰਭਲਣ ਦਾ ਮੌਕਾ ਹੁੰਦਾ ਹੈ। ਉਹਨਾਂ ਦੀ ਸਲਾਹ ਸੀ। ਮੇਰੇ 30ਵੇਂ ਜਨਮ ਦਿਨ ਦੀ ਸ਼ਾਮ ਨੂੰ ਮੇਰਾ ਪਹਿਲਾ ਸ਼ਿਪਮੈਂਟ ਕੋਰੀਆ ਤੋਂ ਨਿਊਯਾਰਕ ਲਈ ਰਵਾਨਾ ਹੋਇਆ। ਅੱਜ ਮੈਂ ਇੰਟਰਨੈਸ਼ਨਲ ਲੈਵਲ 'ਤੇ ਬਿਜ਼ਨਸ ਕਰਦਾ। ਜਿਵੇਂ ਮੇਰੇ ਅਮੀਰ ਡੈਡੀ ਮੈਨੂੰ ਹੱਲਾਸ਼ੇਰੀ ਦਿਆ ਕਰਦੇ ਸਨ, ਤਿਵੇਂ ਮੈਂ ਵਿਕਾਸਸ਼ੀਲ ਮੁਲਕਾਂ 'ਤੇ ਧਿਆਨ ਕੇਂਦਰਿਤ ਕਰਦਾ। ਅੱਜ ਮੇਰੀ ਨਿਵੇਸ਼ ਕੰਪਨੀ ਦੱਖਣੀ ਅਮਰੀਕਾ, ਏਸ਼ੀਆ, ਨਾਰਵੇ ਅਤੇ ਰੂਸ ਵਿੱਚ ਨਿਵੇਸ਼ ਕਰਦੀ ਹੈ। ਧੰਨਵਾਦ। ਚੱਲਦਾ।